ਸੰਸਾਰ ਨੂੰ ਦੁੱਖ ਰੂਪ ਦੇਖ ਲੈਣਾ ਹੀ ਵਾਸਤਵਿਕ ਦੇ ਵਿੱਚ ਅਧਿਆਤਮ ਦੀ ਸ਼ੁਰੂਆਤ ਹੈ। ਜਿਹੜਾ ਮਨੁੱਖ ਵਾਸਤਵਿਕ ਦੇ ਵਿੱਚ ਸੰਸਾਰ ਦਾ ਸਹੀ ਰੂਪ ਦੇਖ ਲੈਂਦਾ ਹੈ ਨਾ, ਉਹ ਹੀ ਅਧਿਆਤਮ ਦੀ ਯਾਤਰਾ ਕਰ ਸਕਦਾ ਹੈ। ਤੇ ਜਿਹੜਾ ਸਹੀ ਰੂਪ ਸੰਸਾਰ ਦਾ ਵਾਰ-ਵਾਰ ਸਤਿਪੁਰਖ ਬਿਆਨ ਕਰਦੇ ਹਨ ਵੀ ਇਹ ਝੂਠ ਹੈ, ਅਸਤ ਹੈ, ਕੂੜ ਹੈ, ਮਿਥਿਆ ਹੈ, ਦੁੱਖ ਰੂਪ ਹੈ। ਇਹ ਇਸੇ ਕਰਕੇ ਹੀ ਕਰਦੇ ਹਨ ਕਿ ਕਦੇ ਐਸੀ ਸਥਿਤੀ ਮਨੁੱਖ ਦੀ ਆ ਜਾਂਦੀ ਹੈ ਜਦੋਂ ਉਹਨੂੰ ਇਹ ਸਹੀ ਸਰੂਪ ਸੰਸਾਰ ਦਾ ਨਜ਼ਰ ਆਉਂਦਾ ਹੈ ਤਾਂ ਉਹਨੂੰ ਨਾਲ ਨਾਲ ਉਹ ਸਤਿਪੁਰਖਾਂ ਦੀਆਂ ਗੱਲਾਂ ਵੀ ਚੇਤੇ ਆਉਂਦੀਆਂ ਵੀ ਠੀਕ ਹੀ ਕਹਿੰਦੇ ਹਨ। ਨਾਨਕ ਦੁਖੀਆ ਸਭ ਸੰਸਾਰ, ਦੁੱਖ ਸੁੱਖ ਦੋਨੋਂ ਕੱਪੜੇ ਪਹਿਰੇ ਜਾਏ ਮਨੁੱਖ। ਦੁੱਖ ਹੀ ਦੁੱਖ ਹਨ। ਤੇ ਜ਼ਿਆਦਾਤਰ ਤੇ ਲੋਕਾਂ ਨੂੰ ਨਜ਼ਰ ਆਉਂਦਾ ਹੈ ਬਿਰਧ ਅਵਸਥਾ ਦੇ ਵਿੱਚ ਸੰਸਾਰ ਦੁੱਖ ਰੂਪ ਹੈ। ਕਈਆਂ ਨੂੰ ਤੇ ਬਿਰਧ ਅਵਸਥਾ ਦੇ ਵਿੱਚ ਵੀ ਨਹੀਂ ਨਜ਼ਰ ਆਉਂਦਾ ਹੈ, ਜਿਵੇਂ ਤੁਸੀਂ ਕਿਹਾ ਮਰਨ ਵੇਲੇ ਨਜ਼ਰ ਆਉਂਦਾ ਹੈ ਵੀ ਵਾਸਤਵਿਕ ਦੇ ਵਿੱਚ ਇਹ ਦੁੱਖ ਹੀ ਸੀ। ਇਹਨੂੰ ਛੱਡਣਾ ਬਹੁਤ ਕਠਿਨ ਹੋ ਰਿਹਾ, ਧਿਆਨ ਹਟਾਉਣਾ ਕਠਿਨ ਹੋ ਰਿਹਾ। ਤੇ ਜਿਹਨੂੰ ਜਵਾਨੀ ਦੇ ਵਿੱਚ ਇਹ ਸੰਸਾਰ ਦੁੱਖ ਰੂਪ ਹੈ ਦਿਖਾਈ ਦੇ ਦੇਵੇ, ਜਿਵੇਂ ਇਸ ਆਡੀਓ ਰਿਕਾਰਡਿੰਗ ਦੇ ਵਿੱਚ ਕਿਹਾ ਹੈ ਗੁਰਮੁਖ ਪਿਆਰੇ ਨੇ ਵੀ ਮੈਨੂੰ ਪ੍ਰਤੀਤੀ ਹੋਈ ਐਸੀ, ਐਸਾ ਦੇਖਿਆ ਜਾਣਿਆ ਵੀ ਸੰਸਾਰ ਕਿੰਨਾ ਦੁੱਖ ਰੂਪ ਹੈ, ਵੀ ਮਰਨ ਵੇਲੇ ਆਦਮੀ ਨੂੰ ਕਿੰਨਾ ਦੁੱਖ ਨਾ ਹੁੰਦਾ ਹੋਵੇਗਾ। ਧੰਨ ਭਾਗੀ ਹੈ ਉਹ ਜਿਹਨੂੰ ਐਸਾ ਦਿਖਾਈ ਦੇ ਗਿਆ। ਜਵਾਨੀ 'ਚ ਬਹੁਤ ਮੁਸ਼ਕਿਲ ਹੈ, ਕਦੇ ਕਦੇ ਕਿਸੇ ਕਿਸੇ ਨੂੰ ਐਸਾ ਦਿਖਾਈ ਦਿੰਦਾ ਹੈ ਸੰਸਾਰ ਦਾ ਵਾਸਤਵਿਕ ਸਰੂਪ, ਜੈਸਾ ਇਸ ਨੌਜਵਾਨ ਨੇ ਕਿਹਾ ਹੈ ਇਸ ਆਡੀਓ ਰਿਕਾਰਡਿੰਗ ਦੇ ਵਿੱਚ ਵੀ ਮੈਂ ਹੈਰਾਨ ਹਾਂ, ਬਿਆਨ ਨਹੀਂ ਕਰ ਸਕਦਾ ਇੰਨਾ ਦੁੱਖ ਹੁੰਦਾ ਹੋਵੇਗਾ ਮਰਨ ਵੇਲੇ ਆਦਮੀ ਨੂੰ।
ਤੇ ਇਹ ਜਿਹਨੂੰ ਪਤਾ ਲੱਗ ਜਾਵੇ ਉਹ ਫਿਰ ਇਸ ਦੁੱਖ ਰੂਪ ਸੰਸਾਰ ਦੇ ਵਿੱਚ ਰਹਿ ਨਹੀਂ ਸਕਦਾ ਹੈ। ਕਿਵੇਂ ਰਵੇਗਾ? ਜਦੋਂ ਪਤਾ ਲੱਗ ਗਿਆ ਵੀ ਇਹ ਦੁੱਖਾਂ ਦਾ ਹੀ ਘਰ ਹੈ, ਤੇ ਫਿਰ ਆਦਮੀ ਰਹਿ ਨਹੀਂ ਸਕਦਾ ਹੈ। ਜਿਨ੍ਹਾਂ ਨੂੰ ਦਿਖਾਈ ਦੇ ਗਿਆ ਸੀ ਉਹ ਸੰਸਾਰ 'ਚ ਰਹੇ ਨਹੀਂ ਸਨ। ਐਸੇ ਹੀ ਘਟਨਾ ਗੌਤਮ ਬੁੱਧ ਦੇ ਜੀਵਨ ਵਿੱਚ ਵੀ ਘਟੀ ਸੀ ਵੀ ਉਹਨਾਂ ਨੂੰ ਪਹਿਲਾਂ ਇੱਕ ਬਿਰਧ ਆਦਮੀ ਦਿਖਾਈ ਦਿੱਤਾ, ਫਿਰ ਉਹਨਾਂ ਨੇ ਇੱਕ ਅਰਥੀ ਦੇਖੀ ਤੇ ਪੁੱਛਿਆ ਰਥਵਾਹੀ ਨੂੰ। ਰਥਵਾਹੀ ਨੇ ਕਿਹਾ ਵੀ ਇਹ ਅਵਸਥਾ ਸਾਰਿਆਂ 'ਤੇ ਆਉਣੀ ਹੈ, ਬੁਢਾਪਾ, ਤੇ ਉਸ ਤੋਂ ਬਾਅਦ ਮਰਨਾ ਵੀ ਹੈ। ਤੇ ਉਸੇ ਵਕਤ ਹੀ ਦੇਖੋ ਉਸ ਨੌਜਵਾਨ ਨੂੰ ਅੰਤਿਮ ਸਮਾਂ ਖਿਆਲ ਵਿੱਚ ਆ ਗਿਆ। ਅੰਤਿਮ ਸਮਾਂ ਉਸ ਉਮਰ ਦੇ ਵਿੱਚ, ਜਿਹੜੀ ਉਮਰ ਦੇ ਵਿੱਚ ਆਦਮੀ ਸੰਸਾਰ ਦੀਆਂ ਚਾਹਤਾਂ ਕਰਦਾ ਹੈ, ਸੰਸਾਰ ਦੀਆਂ ਵਾਸ਼ਨਾਵਾਂ ਕਾਮਨਾਵਾਂ ਉਤੰਗ ਵੇਗ ਦੇ ਵਿੱਚ ਹੁੰਦੀਆਂ ਹਨ। ਅਕਸਰ ਜਵਾਨੀ 'ਚ ਸੰਸਾਰ ਝੂਠ ਲੱਗੇ ਬਹੁਤ ਮੁਸ਼ਕਲ ਹੈ, ਫਿਰ ਦੁੱਖ ਰੂਪ ਲੱਗੇ ਇਹ ਤੇ ਅਤਿਅੰਤ ਮੁਸ਼ਕਲ ਹੈ। ਕਿਸੇ ਨੌਜਵਾਨ ਨੂੰ ਕਹਿ ਕੇ ਦੇਖੋ, ਉਹ ਕਹੂਗਾ ਮੂਰਖਾ, ਅਸੀਂ ਤੇ ਐਸ਼ ਕਰ ਰਹੇ ਹਾਂ, ਮਜ਼ੇ ਲੈ ਰਹੇ ਹਾਂ ਸੰਸਾਰ ਦੇ ਵਿੱਚ। ਨੌਜਵਾਨ ਨੂੰ ਤੇ ਖਿਆਲ ਹੀ ਨਹੀਂ ਆਉਂਦਾ ਹੈ ਵੀ ਸੰਸਾਰ ਦੁੱਖ ਰੂਪ ਹੋ ਸਕਦਾ ਹੈ। ਉਹ ਤੇ ਸਗੋਂ ਮਜ਼ਾਕ ਕਰਦਾ ਹੈ ਜਿਹੜੇ ਕਹਿੰਦੇ ਹਨ ਦੁੱਖ ਰੂਪ ਹੈ ਸੰਸਾਰ, ਵੀ ਤੁਸੀਂ ਬੁੱਢਿਆਂ ਵਾਲੀਆਂ ਗੱਲਾਂ ਕਰਦੇ ਹੋ। ਮੈਨੂੰ ਵੀ ਇੱਕ ਪ੍ਰੇਮੀ ਨੇ ਕਿਹਾ ਵੀ ਕਈ ਮਨੁੱਖ ਤੁਹਾਡੀਆਂ ਗੱਲਾਂ ਸੁਣ ਕੇ ਵੀ ਇਉਂ ਹੀ ਖਿਆਲ ਕਰਦੇ ਹਨ ਵੀ ਇਹ ਬਜ਼ੁਰਗਾਂ ਵਾਲੀਆਂ ਗੱਲਾਂ। ਨੌਜਵਾਨ ਤਾਂ ਸੋਚੇਗਾ ਹੀ ਵੀ ਦੁੱਖ ਰੂਪ ਕਿੱਥੇ ਹੈ, ਬੁੱਢਿਆਂ ਨੂੰ ਹੋ ਸਕਦਾ ਹੈ, ਤੇ ਦਿਖਦਾ ਹੀ ਨਹੀਂ ਹੈ। ਕਿਸੇ ਕਿਸੇ ਨੂੰ ਕਦੇ ਕਦੇ ਐਸਾ ਹੁੰਦਾ ਹੈ ਵੀ ਵਾਸਤਵਿਕ ਸਰੂਪ ਜਵਾਨੀ ਦੇ ਵਿੱਚ ਦਿਖਾਈ ਦੇ ਜਾਵੇ ਸੰਸਾਰ ਦਾ, ਵੀ ਇਹ ਦੁੱਖ ਰੂਪ ਹੈ। ਅੰਤਿਮ ਸਮਾਂ ਆਪਣਾ ਇਸ ਸਰੀਰ ਦਾ ਦਿਖਾਈ ਦੇ ਜਾਵੇ ਜਵਾਨੀ ਦੇ ਵਿੱਚ, ਵੀ ਐਸਾ ਹੋਵੇਗਾ ਮਰਨ ਵੇਲੇ ਇਹ ਸਾਰੇ ਹੀ ਛੁੱਟਣਗੇ। ਜਦੋਂ ਮੈਂ ਥੋੜ੍ਹਾ ਜਿਹਾ ਧਿਆਨ ਹਟਾਉਣਾ ਹਾਂ ਤੇ ਡਰ ਲੱਗਦਾ ਹੈ, ਬੱਚਿਆਂ ਵੱਲੋਂ, ਪਰਿਵਾਰ ਵੱਲੋਂ ਨਹੀਂ ਹਟਦਾ ਹੈ, ਤੇ ਜਦੋਂ ਟੋਟਲੀ ਹਟਾਉਣਾ ਪਿਆ ਸਾਰੇ ਪਾਸੇ ਤੋਂ ਹੀ, ਸਰੀਰ ਤੋਂ ਵੀ ਛੱਡਣਾ ਹੈ ਸਾਰਿਆਂ ਨੂੰ। ਖਿਆਲ ਕਰੋ ਤੁਸੀਂ ਕਿੰਨਾ ਨਾ ਦੁੱਖ ਹੋਵੇਗਾ। ਤੁਸੀਂ ਛੱਡਣ ਨੂੰ ਤਿਆਰ ਹੋ? ਹੁਣ ਖਿਆਲ ਕਰੋ ਤੁਸੀਂ, ਅਗਰ ਐਸਾ ਹੋਵੇ ਵੀ ਸਭ ਕੁਝ ਤੁਹਾਡੇ ਕੋਲ ਛਡਾਇਆ ਜਾ ਰਿਹਾ ਹੈ, ਉਹੋ ਹੀ ਹਨ ਜਮਦੂਤ। ਜਮਦੂਤ ਦਾ ਅਰਥ ਹੈ ਵੀ ਉਹ ਸਮੇਂ ਦੇ ਦੂਤ ਹਨ। ਮੌਤ ਆਈ ਹੈ ਤੇ ਹੁਣ ਸਰੀਰ ਛੁੱਟ ਰਿਹਾ ਹੈ, ਪਰ ਤੁਹਾਡਾ ਧਿਆਨ ਨਹੀਂ ਛੁੱਟ ਰਿਹਾ ਹੈ ਸੰਸਾਰ ਵਿੱਚ।
तो ਉਸ ਸਮੇਂ ਬਹੁਤ ਕਠਿਨ ਹੋ ਜਾਂਦਾ ਹੈ। ਕਿਵੇਂ ਤੜਫਦਾ ਹੋਵੇਗਾ, ਜਿਵੇਂ ਇਸ ਨੌਜਵਾਨ ਨੇ ਕਿਹਾ। ਖਿਆਲ ਕਰਿਓ ਥੋੜ੍ਹਾ ਜਿਹਾ, ਮੈਂ ਦੂਸਰੇ ਗਰੁੱਪ ਦੇ ਵਿੱਚ ਵੀ ਪਾਵਾਂਗਾ। ਤੇ ਵਾਸਤਵਿਕ ਦੇ ਵਿੱਚ ਜੋ ਇਹਨੂੰ ਘਟਿਆ ਹੈ ਨਾ, ਦਿਖਿਆ ਹੈ ਸੰਸਾਰ ਦੁੱਖ ਰੂਪ ਹੈ। ਇਹਦੇ ਵਾਸਤੇ ਸੰਸਾਰ ਵਿੱਚੋਂ ਛੁੱਟਣ ਦਾ ਸਹੀ ਸਮਾਂ, ਸਹੀ ਵਕਤ ਹੈ। ਛੁਟਕਾਰਾ ਹੋ ਸਕਦਾ ਹੈ ਹੁਣ, ਕਿਉਂਕਿ ਪਤਾ ਲੱਗ ਗਿਆ ਸੰਸਾਰ ਵਿਅਰਥ, ਸੰਸਾਰ ਦੁੱਖ ਰੂਪ ਹੈ। ਜਿੰਨਾ ਧਿਆਨ ਲਾਵਾਂਗੇ, ਫਿਰ ਜਵਾਨੀ 'ਚ ਜੇ ਇੰਨਾ ਲੱਗਾ ਹੈ ਛੁੱਟ ਨਹੀਂ ਰਿਹਾ ਹੈ, ਤੇ ਬੁਢਾਪੇ 'ਚ ਤਾਂ ਵਧੇਗਾ ਹੀ ਨਾ, ਹੋਰ ਜੁੜ ਜਾਵੇਗਾ, ਹੋਰ ਅਟੈਚਮੈਂਟ ਹੋ ਜਾਣਗੀ, ਫਿਰ ਹੋਰ ਕਠਿਨ ਹੋ ਜਾਵੇਗਾ ਧਿਆਨ ਨੂੰ ਹਟਾਉਣਾ। ਜਿੰਨਾ ਜਿੰਨਾ ਉਮਰ ਵੱਧਦੀ ਗਈ, ਧਿਆਨ ਮਜ਼ਬੂਤ ਹੀ ਹੁੰਦਾ ਹੈ। ਤੁਸੀਂ ਸੋਚ ਹੀ ਰਹੇ ਹੋ ਸੰਸਾਰ ਬਾਰੇ ਨਾ, ਜਿੰਨਾ ਸੋਚੋਗੇ ਓਨਾ ਹੀ ਧਿਆਨ ਉਹਨਾਂ 'ਚ ਲੱਗ ਰਿਹਾ ਹੈ ਜਿਨ੍ਹਾਂ ਬਾਰੇ ਸੋਚ ਰਹੇ ਹੋ, ਅਤੇ ਉਹਨਾਂ ਨੂੰ ਛੱਡਣਾ ਹੋਰ ਕਠਿਨ ਹੋ ਜਾਵੇਗਾ ਬੁਢਾਪੇ 'ਚ। ਇਸੇ ਕਰਕੇ ਬੱਚਿਆਂ ਵੱਲੋਂ ਧਿਆਨ ਹਟਦਾ ਨਹੀਂ ਹੈ, ਬਜ਼ੁਰਗਾਂ ਦਾ ਪਰਿਵਾਰ, ਅਤੇ ਮਰਨ ਵੇਲੇ ਕਿਵੇਂ ਹਟੂਗਾ। ਅਤੇ ਐਸਾ ਖਿਆਲ ਆ ਗਿਆ, ਗੌਤਮ ਬੁੱਧ ਨੂੰ ਵੀ ਐਸਾ ਹੀ ਖਿਆਲ ਆਇਆ ਹੋਵੇਗਾ। ਉਹ ਤਾਂ ਪ੍ਰਤੀਕ ਵਸ ਕਹਾਣੀਆਂ ਬਣਾਈਆਂ ਹੋਈਆਂ ਹਨ ਵੀ ਉਹਨਾਂ ਨੂੰ ਬਿਰਧ ਆਦਮੀ ਦਿਖਾਈ ਦਿੱਤਾ ਜਾਂ ਮੁਰਦਾ ਦਿਖਾਈ ਦਿੱਤਾ। ਭਾਵ ਇਹੋ ਹੀ ਹੈ ਵੀ ਉਹਨਾਂ ਨੂੰ ਆਪਣਾ ਆਖਰੀ ਸਮਾਂ ਦਿਖਾਈ ਦਿੱਤਾ, ਜਿਵੇਂ ਬਾਬਾ ਬੁੱਢਾ ਜੀ ਨੂੰ ਦਿਖਾਈ ਦਿੱਤਾ ਸੀ ਬਾਬੇ ਨਾਨਕ ਦਾ ਉਪਦੇਸ਼ ਸੁਣ ਕੇ। ਛੋਟੀ ਉਮਰ 'ਚ ਹੀ ਸਨ ਨਾ, ਬੱਚੇ ਹੀ ਸਨ ਕਹਿੰਦੇ। ਦੇਖੋ ਬਚਪਨ ਦੇ ਵਿੱਚ ਵੀ ਦਿਖਾਈ ਦੇ ਗਿਆ ਅੰਤਿਮ ਸਮਾਂ। ਧੰਨ ਭਾਗ ਹਨ ਉਹਨਾਂ ਦੇ। ਕੈਸੀ ਦ੍ਰਿਸ਼ਟੀ ਰਹੀ ਹੋਵੇਗੀ, ਗਹਿਰੀ। ਤੇ ਸਾਰਿਆਂ ਨੂੰ ਦਿਖਾਈ ਦਿੰਦਾ ਹੈ। ਇਹਨੂੰ ਪ੍ਰਤੀਕ ਵਸ ਅਲੱਗ-ਅਲੱਗ ਢੰਗ ਨਾਲ ਬਿਆਨ ਕੀਤਾ ਜਾਂਦਾ ਹੈ। ਜਿਵੇਂ ਕਿਹਾ ਜਾਂਦਾ ਹੈ ਵੀ ਕਲਯੁੱਗ ਇੱਕ ਭਿਆਨਕ ਰੂਪ ਬਣ ਕੇ ਸਾਹਮਣੇ ਖੜਾ ਹੋ ਗਿਆ। ਕਲਹ ਕਲੇਸ਼, ਉਹ ਵਾਸਤਵਿਕ ਰੂਪ ਸੰਸਾਰ ਦਾ ਹੈ। ਜਿਵੇਂ ਕ੍ਰਿਸ਼ਨ ਜੀ ਨੇ ਦਿਖਾਇਆ ਸੀ ਅਰਜਨ ਨੂੰ ਵਾਸਤਵਿਕ ਰੂਪ, ਵਿਰਾਟ ਰੂਪ, ਜਿਹਦੇ ਵਿੱਚ ਸਭ ਮਰ ਰਹੇ ਹਨ, ਮੌਤ ਵੱਲ ਨੂੰ ਜਾ ਰਹੇ ਹਨ, ਮੌਤ ਖਾ ਰਹੀ ਹੈ। ਅਤੇ ਅਰਜਨ ਨੂੰ ਇਸੇ ਕਾਰਨ ਹੀ ਦਿਖਾਇਆ ਸੀ ਨਾ ਵੀ ਸੰਸਾਰ ਵਿੱਚੋਂ ਧਿਆਨ ਹਟ ਜਾਵੇ। ਪਰ ਅਰਜਨ ਨੂੰ ਦਿਖਾਇਆ ਸੀ ਕ੍ਰਿਸ਼ਨ ਨੇ, ਇਸ ਕਰਕੇ ਅਰਜਨ ਦਾ ਇੱਕਦਮ ਨਹੀਂ ਹਟਿਆ ਹੈ, ਕਿਉਂਕਿ ਦੂਸਰੇ ਵੱਲੋਂ ਦਿਖਾਇਆ ਗਿਆ ਨਾ। ਅਤੇ ਜਿਹੜਾ ਆਪਣੇ ਆਪ ਦੇਖੇ, ਜਿਹਨੇ ਆਪਣੇ ਆਪ ਖੁਦ ਦੇਖ ਲਿਆ ਸਾਹਮਣੇ, ਉਹ ਵਾਸਤਵਿਕ ਦੇ ਵਿੱਚ ਸੰਸਾਰ ਨੂੰ ਤੇ ਉਹ ਫਿਰ ਜਾਊਗਾ ਥੋੜ੍ਹੀ ਉੱਧਰ, ਉਹ ਤੇ ਫਿਰ ਹਟੇਗਾ ਹੀ ਨਾ। ਤੇ ਬਹੁਤ ਸ਼ੁਭ ਹੈ, ਇਹੋ ਹੀ ਵਾਰ-ਵਾਰ ਕਿਹਾ ਜਾ ਰਿਹਾ ਹੈ। ਕੂੜ ਹੈ, ਅਸੱਤ ਹੈ, ਮਿਥਿਆ ਹੈ, ਝੂਠ ਹੈ, ਸਦਾ ਤੋਂ ਸਤਿਪੁਰਖ ਕਹਿੰਦੇ ਰਹੇ ਹਨ। ਗੌਤਮ ਬੁੱਧ ਨੇ ਵਾਰ-ਵਾਰ ਇਹੋ ਗੱਲ ਹੀ ਦੁਹਰਾਈ ਸੀ ਵੀ ਸੰਸਾਰ ਦੁੱਖ ਰੂਪ ਹੈ,
ਤੇ ਆਓ ਮੈਂ ਤੁਹਾਨੂੰ ਕਲਾ ਦੱਸਦਾ ਹਾਂ ਦੁੱਖ ਤੋਂ ਮੁਕਤ ਹੋਣ ਵਾਸਤੇ। ਤੇ ਜਿਹੜਾ ਦੁੱਖ ਰੂਪ ਹੈ ਉਧਰੋਂ ਧਿਆਨ ਹਟਾ ਲਓ, ਉਹਦੇ ਰੂਪ ਵੱਲੋਂ ਧਿਆਨ ਹਟਾ ਲਓ। ਸੰਸਾਰ ਦੁੱਖ ਰੂਪ ਹੈ ਨਾ, ਉਹਦੇ ਰੂਪ ਵੱਲੋਂ ਧਿਆਨ ਹਟਾ ਲਓ ਤੇ ਅਰੂਪ ਦੇ ਵਿੱਚ ਖੋ ਜਾਓ, ਤੁਸੀਂ ਦੁੱਖਾਂ ਤੋਂ ਮੁਕਤ ਹੋ ਜਾਓਗੇ। ਵੇਖੋ ਕਿੰਨੀ ਸੁਖਾਲੀ ਵਿਧੀ ਹੈ, ਇਹੋ ਹੀ ਮੈਂ ਤੁਹਾਨੂੰ ਦੱਸ ਰਿਹਾ। ਬਹੁਤ ਹੀ ਸੁਖਾਲਾ ਹੈ। ਉੱਦਾਂ ਤੁਸੀਂ ਧਿਆਨ ਲਾਈ ਜਾਓ, ਨਾਮ ਜਪੀ ਜਾਓ, ਜਿੱਦਾਂ ਜਪ ਰਹੇ ਹਨ ਧਾਰਮਿਕ ਲੋਕ। ਜਿੰਨਾ ਚਿਰ ਤੁਸੀਂ ਇਹ ਸੰਸਾਰ ਵੱਲੋਂ ਧਿਆਨ ਨਾ ਹਟਾਓਗੇ, ਦੁੱਖ ਰੂਪ ਵੱਲੋਂ, ਮਿਥਿਆਲ ਝੂਠ ਵੱਲੋਂ, ਤੇ ਸੱਤ ਵੱਲ ਕਿਵੇਂ ਜੁੜੇਗਾ? ਉਧਰੋਂ ਪੱਟੋ ਨਾ, ਇੱਧਰ ਲਾਓ। ਤੇ ਦੁੱਖ ਰੂਪ ਵੱਲੋਂ ਧਿਆਨ ਹਟਾਓ ਤੇ ਸੱਤ ਵੱਲ ਲਾਓ। ਤੇ ਜਿੰਨਾ ਦੁੱਖ ਰੂਪ ਵੱਲ ਧਿਆਨ ਤੁਹਾਡਾ ਵੱਧਦਾ ਗਿਆ ਨਾ, ਓਨਾ ਹੀ ਤੁਸੀਂ ਦੁੱਖ ਦੇ ਵਿੱਚ ਫਸਦੇ ਜਾਓਗੇ। ਕਿਉਂਕਿ ਜਿਹੜੇ ਰੂਪ ਦੇ ਵਿੱਚ ਤੁਸੀਂ ਧਿਆਨ ਲਾ ਰਹੇ ਹੋ, ਉਹ ਰੂਪ ਦੇ ਵਿੱਚ ਧਿਆਨ ਵਧੇਗਾ ਤੇ ਤੁਸੀਂ ਹੋਰ ਦੁੱਖਾਂ ਦੇ ਵਿੱਚ ਪੈਂਦੇ ਜਾਓਗੇ। ਇਹੋ ਹੀ ਨਰਕ ਹੈ। ਨਰਕ ਦਾ ਭਾਵ ਝੂਠ ਵਿੱਚ ਧਿਆਨ ਲੱਗ ਗਿਆ, ਅਸੱਤ ਵਿੱਚ ਧਿਆਨ ਲੱਗ ਗਿਆ, ਮਿਥਿਆ 'ਚ ਧਿਆਨ ਲੱਗ ਗਿਆ, ਸੰਸਾਰ 'ਚ ਧਿਆਨ ਲੱਗ ਗਿਆ, ਦੁੱਖ ਰੂਪ 'ਚ ਧਿਆਨ ਲੱਗ ਗਿਆ, ਤੇ ਤੁਸੀਂ ਦੁੱਖ ਹੀ ਦੁੱਖ ਅੱਗੇ ਵਧਾਉਂਦੇ ਜਾਓਗੇ।